ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਇੱਕ ਐਸੀ ਵਿਚਾਰ ਜਿਸ ਵਿਚਾਰ ਦੇ ਅੰਦਰ ਘਰ ਦੇ ਵਿੱਚ ਪੁੱਤਰ ਨਾ ਹੋਣ ਕਰਕੇ ਮਾਤਾ ਦੇ ਮਨ ਦੇ ਵਿੱਚ ਜਿਹੜੀ ਪਰੇਸ਼ਾਨੀ ਰਹਿੰਦੀ ਆ, ਇਹ ਪਰੇਸ਼ਾਨੀ ਕਿਵੇਂ ਦੂਰ ਹੋ ਸਕਦੀ ਆ। ਕਿਸ ਸ਼ਬਦ ਦਾ ਆਰਾਧਨ ਕੀਤਾ ਜਾਵੇ, ਕਿਸ ਸ਼ਬਦ ਦਾ ਜਾਪ ਕੀਤਾ ਜਾਵੇ, ਜਿਸ ਕਰਕੇ ਇਹ ਜਿਹੜੀ ਮਨ ਦੀ ਮਾਤਾ ਦੇ ਅੰਦਰ ਪੁੱਤਰ ਪ੍ਰਤੀ ਭਾਵਨਾ ਹੁੰਦੀ ਆ, ਉਹ ਭਾਵਨਾ ਨੂੰ ਫਲ ਲੱਗ ਸਕੇ। ਸੋ ਦਾਸ ਅੱਜ ਇਸੇ ਸੰਬੰਧ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੁਆਰਾ ਇੱਕ ਭਾਈ ਚੰਦ ਸਿੰਘ ਫੇਰੂ ਰਾਏ ਵਾਲੇ ਜਿਹੜੇ ਆ ਉਹ ਅਖੰਡ ਪਾਠੀ ਹੋਏ ਆ, ਉਹਨਾਂ ਦੇ ਨਾਲ ਇੱਕ ਹੱਡ ਬੀਤੀ ਆ, ਆਪ ਦਾ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਇੱਕ ਨਾ ਭਾਈ ਚੰਦ ਸਿੰਘ ਹੋਏ ਆ ਫੇਰੂ ਰਾਏ ਵਾਲੇ ਦੇ। ਇਹ ਜਿਹੜੇ ਭਾਈ ਚੰਦ ਸਿੰਘ ਫੇਰੂ ਰਾਏ ਵਾਲੇ ਹੋਏ ਸੀਗੇ, ਇਹਨਾਂ ਦੇ ਪਾਸ ਜ਼ਮੀਨ ਬੜੀ ਸੀ, ਜਾਇਦਾਦ, ਘਰ ਦੇ ਵਿੱਚ ਅਮੀਰੀ ਸੀ, ਠਾਠ ਸੀ, ਸਾਰਾ ਕੁਝ ਸੀਗਾ, ਪਰ ਇਹਨਾਂ ਦੇ ਔਲਾਦ ਨਹੀਂ ਸੀਗੀ। ਸੋ ਭਾਈ ਚੰਦ ਸਿੰਘ ਫੇਰੂ ਰਾਏ ਵਾਲੇ ਜਿਹੜੇ ਸੀਗੇ, ਉਹਨਾਂ ਟਾਈਮਾਂ ਦੇ ਵਿੱਚ ਅਖੰਡ ਪਾਠ ਸਾਹਿਬਾਂ ਦੀ ਸੇਵਾ ਕਰਦੇ ਹੁੰਦੇ ਸੀ। ਜਦੋਂ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਆਪਣੇ ਜੀਵਨ ਕਾਲ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਹੁੰਦੇ ਸੀ। ਸੋ ਭਾਈ ਚੰਦ ਸਿੰਘ ਫੇਰੂ ਰਾਏ ਦੇ ਦੋ ਗੁਰ ਭਾਈ ਹੁੰਦੇ ਸੀ, ਇੱਕ ਦਾ ਨਾਂ ਸੀ ਭਾਈ ਸੁੱਚਾ ਸਿੰਘ, ਇੱਕ ਦਾ ਨਾਂ ਸੀ ਭਾਈ ਉਦੈ ਸਿੰਘ। ਇਹਨਾਂ ਦੋਨਾਂ ਨੇ ਕਈ ਵਾਰੀ ਭਾਈ ਚੰਦ ਸਿੰਘ ਨੂੰ ਆਖਿਆ, ਤੂੰ ਇਸ ਤਰ੍ਹਾਂ ਕਰ, ਮਹਾਂਪੁਰਖ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਬੇਨਤੀ ਕਰਕੇ ਦੇਖ ਲੈ। ਜਦ ਇੰਨੀ ਗੱਲ ਹੋਈ ਤਾਂ ਭਾਈ ਚੰਦ ਸਿੰਘ ਕਹਿੰਦਾ ਹੁੰਦਾ ਸੀ ਕਿ ਮੈਂ ਬੇਨਤੀ ਕੀ ਕਰਨੀ ਆ, ਮਹਾਂਪੁਰਖ ਤਾਂ ਅੰਤਰਜਾਮੀ ਆ। ਜਦ ਇੰਨੀ ਗੱਲ ਹੋਈ ਸੀ ਤੇ ਇਹਦੇ ਜਿਹੜੇ ਦੋ ਗੁਰ ਭਾਈ, ਭਾਈ ਸੁੱਚਾ ਸਿੰਘ, ਭਾਈ ਉਦੈ ਸਿੰਘ, ਇਹਨਾਂ ਨੇ ਆਖਿਆ ਸੀ, ਕਹਿੰਦੇ ਉਹ ਗੱਲ ਠੀਕ ਆ, ਮਹਾਂਪੁਰਖ ਅੰਤਰਜਾਮੀ ਹੁੰਦੇ ਆ, ਪਰ ਅਗਰ ਬੱਚਾ ਰੋਵੇ ਨਾ ਤੇ ਮਾਂ ਦੁੱਧ ਵੀ ਨਹੀਂ ਦਿੰਦੀ ਹੈਗੀ, ਇਸ ਚੀਜ਼ ਦਾ ਵੀ ਧਿਆਨ ਰੱਖ। ਜਦ ਇਹ ਗੱਲ ਕੀਤੀ ਸੀ, ਫੇਰ ਭਾਈ ਚੰਦ ਸਿੰਘ ਜਿਹੜੇ ਸੀਗੇ ਇਹ ਚੁੱਪ ਕਰ ਗਏ ਸੀਗੇ। ਸੋ ਭਾਈ ਚੰਦ ਸਿੰਘ ਦੇ ਮਨ ਦੀ ਜਿਹੜੀ ਸੀ ਇਹ ਤੜਫਦੀ ਰੂਹ ਜਿਹੜੀ ਇਸ ਪੁੱਤਰ ਪ੍ਰਾਪਤੀ ਵਾਸਤੇ ਹੁੰਦੀ ਸੀਗੀ, ਉਹਦੇ ਵਿੱਚ ਫਿਰ ਮਹਾਂਪੁਰਖਾਂ ਦੇ ਅੰਦਰ ਜਿਹੜੀ ਸੀਗੀ ਉਹ ਚਾਹਨਾ ਪ੍ਰਾਪਤ ਹੋਈ ਸੀ। ਕਿਉਂਕਿ ਭਾਈ ਚੰਦ ਸਿੰਘ ਜਿਹੜੇ ਸੀਗੇ, ਇਹਨਾਂ ਨੂੰ ਕਿਸੇ ਜੋਸ਼ੀ ਨੇ ਇਹ ਦੱਸ ਦਿੱਤਾ ਸੀਗਾ ਕਿ ਤੁਹਾਡੇ ਘਰ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਇੱਕ ਪੁੱਤਰ ਆ ਰਿਹਾ ਹੈਗਾ। ਹੁਣ 5 ਪੀੜ੍ਹੀਆਂ ਦੇ ਵਿੱਚ ਇੱਕ ਇੱਕ ਪੁੱਤਰ ਹੋਇਆ, ਇਹ 5 ਪੀੜ੍ਹੀਆਂ ਤੋਂ ਬਾਅਦ ਤੁਹਾਡੇ ਘਰ ਪੁੱਤਰ ਨਹੀਂ ਹੋਣਾ ਹੈਗਾ। ਨਾ ਪੁੱਤਰ ਹੋਣ ਕਰਕੇ ਤੁਹਾਡੇ ਜਿਹੜੀ ਘਰ ਦੀ ਵੰਸ਼ ਹੈਗੀ ਆ, ਇਹ ਵਧਣੀ ਨਹੀਂ, ਇਹ ਚੱਲਣੀ ਨਹੀਂ, ਇਹ ਬੰਦ ਹੋ ਜਾਣੀ ਆ। ਕਿਸੇ ਪੱਕੇ ਜੋਸ਼ੀ ਨੇ ਇਹ ਗੱਲ ਜਿਹੜੀ ਸੀ ਭਾਈ ਚੰਦ ਸਿੰਘ ਹੁਣਾਂ ਨੂੰ ਆਖੀ ਸੀਗੀ। ਇਸ ਕਰਕੇ ਭਾਈ ਚੰਦ ਸਿੰਘ ਜਿਹੜੇ ਸੀ ਬੜੇ ਪਰੇਸ਼ਾਨ ਸੀਗੇ, ਅਤੇ ਇਹ ਕਾਰਨ ਵੀ ਜਿਹੜਾ ਸੀਗਾ ਇਹਨਾਂ ਦੇ ਮਨ ਦੇ ਵਿੱਚ ਬੜਾ ਸੀਗਾ। ਇੱਕ ਦਿਨ ਬਾਬਾ ਈਸ਼ਰ ਸਿੰਘ ਹੁਣਾਂ ਨੇ ਭਾਈ ਚੰਦ ਸਿੰਘ ਹੁਣਾਂ ਦੀ ਜਿਹੜੀ ਅੰਦਰਲੀ ਪੀੜਾ ਸੀਗੀ, ਇਸ ਨੂੰ ਸੰਗਤ ਦੇ ਵਿੱਚ ਇੱਕ ਸਾਖੀ ਦੁਆਰਾ ਜਿਹੜਾ ਸੀਗਾ ਉਹ ਵਰਣਨ ਕੀਤਾ ਸੀ। ਉਹਦੇ ਵਿੱਚ ਮਹਾਂਪੁਰਖਾਂ ਨੇ ਫਿਰ ਇੱਕ ਸਾਖੀ ਦਸ਼ਮੇਸ਼ ਪਿਤਾ ਮਹਾਰਾਜ ਦੀ ਸੁਣਾਈ ਸੀ। ਉਹਦੇ ਵਿੱਚ ਭਾਈ ਚੰਦ ਸਿੰਘ ਹੋਣੀ ਅਤੇ ਬਾਕੀ ਸੰਗਤ ਬੈਠੀ ਸੀ। ਬਾਬਾ ਜੀ ਨੇ ਆਖਿਆ ਸੀਗਾ ਕਿ ਇੱਕ ਵਾਰ ਕਲਗੀਧਰ ਮਹਾਰਾਜ ਦੇ ਦਰਬਾਰ ਦੇ ਵਿੱਚ ਜਦ ਰਾਗੀ ਸਿੰਘ ਕੀਰਤਨ ਕਰ ਰਹੇ ਸੀ, ਅਤੇ ਇਸ ਕੀਰਤਨ ਦੇ ਦੌਰਾਨ ਜਿੱਥੇ ਸੰਗਤਾਂ ਆ ਕੇ ਮੱਥਾ ਟੇਕਦੀਆਂ ਸੀਗੀਆਂ, ਉੱਥੇ ਇੱਕ ਮੌਲਵੀ ਸੀਗਾ ਜਿਹਦਾ ਨਾਂ ਸੀ ਸਲਾਰਦੀਨ। ਇਹਨੇ ਵੀ ਆ ਕੇ ਜਿਹੜਾ ਸੀਗਾ ਇਹਨੂੰ ਮੱਥਾ ਟੇਕਿਆ ਸੀਗਾ, ਇਹ ਵੀ ਕੋਲ ਬੈਠਾ ਸੀਗਾ। ਉਸ ਟਾਈਮ ਜਿਹੜੇ ਰਾਗੀ ਸਿੰਘ ਸੀ ਉਹ ਕੀਰਤਨ ਕਰ ਰਹੇ ਸੀ। ਕੀਰਤਨ ਦੇ ਵਿੱਚ ਇਹ ਜਿਹੜੀ ਗੁਰਬਾਣੀ ਆ ਇਹ ਗਾਈ ਜਾ ਰਹੀ ਸੀ ਕਿ ਲੇਖ ਨਾ ਮਿਠੀ ਹੇ ਸਖੀ ਜੋ ਲਿਖਿਆ ਕਰਤਾਰ। ਸੋ ਇਸ ਕੀਰਤਨ ਦੀ ਸਮਾਪਤੀ ਤੋਂ ਬਾਅਦ ਇੱਕ ਸਿੰਘ ਉੱਠਿਆ, ਉੱਠ ਕੇ ਉਹਨੇ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ, ਮੈਂ ਬੜਾ ਗਰੀਬ ਹਾਂ, ਪਰ ਮੈਂ ਗਰੀਬ ਜ਼ਰੂਰ ਹਾਂ, ਇੱਕ ਡੰਗ ਦੀ ਰੋਟੀ ਖਾਂਦਾ, ਇੱਕ ਡੰਗ ਦਾ ਪਾਣੀ ਪੀਂਦਾ, ਪਰ ਕਿਸੇ ਸਿੱਖ ਦੇ ਕੋਲ ਕਦੀ ਮੈਂ ਕੋਈ ਚੀਜ਼ ਨਹੀਂ ਮੰਗੀ, ਕਿਉਂਕਿ ਮੈਨੂੰ ਮੰਗਣ ਲੱਗਿਆ ਬੜੀ ਸ਼ਰਮ ਆਉਂਦੀ ਹੈਗੀ। ਇਸ ਕਰਕੇ ਅੱਜ ਇਸ ਭਰੇ ਦਰਬਾਰ ਦੇ ਵਿੱਚ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਤੁਸੀਂ ਸਮਰੱਥ ਹੋ, ਇਸ ਕਰਕੇ ਤੁਸੀਂ 2 ਟਾਈਮ ਦਾ ਪ੍ਰਸ਼ਾਦਾ ਮੈਨੂੰ ਬਖਸ਼ ਦਿਓ। ਜਦ ਇੰਨੀ ਗੱਲ ਹੋਈ ਤਾਂ ਕਲਗੀਧਰ ਮਹਾਰਾਜ ਕਹਿਣ ਲੱਗੇ, ਕਹਿੰਦੇ ਦੇਖ ਭਾਈ ਸਿੱਖਾ, ਤੂੰ ਕਿਸ ਦਰਬਾਰ ਦੇ ਵਿੱਚ ਖੜਾ ਹੈਗਾ, ਕਿਸ ਦਰਬਾਰ 'ਚ ਬੇਨਤੀ ਕਰਦਾ। ਇਸ ਦਰਬਾਰ ਵਿੱਚ ਅਗਰ ਕੋਈ ਬੂੰਦ ਮੰਗੇ ਤਾਂ ਉਹਨੂੰ ਸਮੁੰਦਰ ਮਿਲ ਜਾਂਦਾ ਹੈਗਾ। ਗੁਰੂ ਸਾਹਿਬ ਤਾਂ ਸਮੁੰਦਰ ਦੇਣ ਵਾਸਤੇ ਤਿਆਰ ਹੈਗੇ ਆ। ਉਸ ਤੋਂ ਬਾਅਦ ਫਿਰ ਉਹ ਜਿਹੜਾ ਸਿੱਖ ਸੀਗਾ ਉਹ ਚੁੱਪ ਕਰ ਗਿਆ ਸੀਗਾ। ਫਿਰ ਦਸ਼ਮੇਸ਼ ਜੀ ਨੇ ਉਹਨੂੰ ਆਖਿਆ ਸੀ, ਕਹਿੰਦੇ ਤੂੰ ਰੋਟੀ ਦੀ ਗੱਲ ਕੀ ਕਰਦਾ, ਜਾ ਤੈਨੂੰ ਰਾਜ ਭਾਗ ਬਖਸ਼ਿਆ। ਜਦ ਇੰਨੀ ਗੱਲ ਹੋਈ ਤਾਂ ਉਹ ਸਿੱਖ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹ ਸਿੱਖ ਜਿਹੜਾ ਸੀ ਉਸ ਟਾਈਮ ਦਸ਼ਮੇਸ਼ ਪਿਤਾ ਮਹਾਰਾਜ ਦੇ ਚਰਨਾਂ ਦੇ ਉੱਤੇ ਜਿਹੜਾ ਸੀਗਾ ਉਹ ਟਹਿ ਪਿਆ। ਦੂਸਰੀ ਵਾਰੀ ਇੱਕ ਸਿੱਖ ਹੋਰ ਉੱਠਿਆ, ਉਹਨੇ ਵੀ ਹੱਥ ਜੋੜ ਕੇ ਜਦ ਖੜਾ ਹੋਇਆ ਬੇਨਤੀ ਕਰਨ ਲੱਗਾ, ਅਤੇ ਕਲਗੀਧਰ ਮਹਾਰਾਜ ਫਿਰ ਉਸ ਸਿੱਖ ਨੂੰ ਕਹਿਣ ਲੱਗੇ, ਕਹਿੰਦੇ ਭਾਈ ਤੈਨੂੰ ਵੀ 2 ਟਾਈਮ ਦੀ ਰੋਟੀ ਚਾਹੀਦੀ। ਉਹ ਸਿੱਖ ਕਹਿਣ ਲੱਗਾ, ਕਹਿੰਦਾ ਮਹਾਂਪੁਰਖੋ, ਆਪ ਦੀ ਬੜੀ ਕਿਰਪਾ ਹੈਗੀ ਆ, ਘਰ ਦੇ ਵਿੱਚ ਬੜੀ ਲਹਿਰਬਾਰ ਆ, ਕਿਸੇ ਚੀਜ਼ ਦੀ ਕਮੀ ਨਹੀਂ, ਜਾਇਦਾਦ ਬੜੀ ਆ, ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ, ਸੋਨਾ ਹੀਰੇ ਜਵਾਹਰ ਆ, ਸਾਰਾ ਕੁਛ ਹੈਗਾ, ਪਰ ਇਹਨੂੰ ਸਾਂਭਣ ਵਾਸਤੇ ਮੇਰੇ ਘਰ ਔਲਾਦ ਨਹੀਂ ਆ। ਕਿਰਪਾ ਕਰੋ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ਿਆ।
ਜਦ ਉਹ ਦੂਸਰੇ ਸਿੱਖ ਨੇ ਬੇਨਤੀ ਕੀਤੀ, ਦਸ਼ਮੇਸ਼ ਜੀ ਕਹਿਣ ਲੱਗੇ, ਕਹਿੰਦੇ ਭਾਈ ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਐਡੀ ਵੱਡੀ ਆਸ ਲੈ ਕੇ ਆਇਆ, ਇੱਕ ਕੀ ਜਾ ਤੈਨੂੰ 4 ਪੁੱਤਰ ਦਿੱਤੇ। ਉਸ ਤੋਂ ਬਾਅਦ ਦੇਖੋ ਉਹ 4 ਪੁੱਤਰ ਜਿਹੜੇ ਸੀ ਦੂਸਰੇ ਸਿੱਖ ਦੇ ਹੋਏ। ਜਦ ਇੰਨੀ ਗੱਲ ਹੋਈ ਤਾਂ ਮੌਲਵੀ ਸਲਾਰਦੀਨ ਕੋਲ ਬੈਠਾ ਉਹ ਦਸ਼ਮੇਸ਼ ਪਿਤਾ ਮਹਾਰਾਜ ਦੇ ਇਹਨਾਂ ਕਰਤੱਵਾਂ ਨੂੰ ਦੇਖ ਰਿਹਾ ਸੀ। ਯਕਦਮ ਹੱਥ ਜੋੜ ਕੇ ਖੜ ਗਿਆ। ਜਦ ਖੜਾ ਹੋਇਆ ਮਹਾਰਾਜ ਕਹਿਣ ਲੱਗੇ, ਹਾਂ ਮੌਲਵੀ ਸਾਹਿਬ ਤੁਸੀਂ ਕੁਛ ਗੱਲ ਕਰਨੀ ਆ, ਕੋਈ ਤੁਹਾਡੇ ਮਨ ਦੀ ਵੀ ਮੰਗ ਹੈ? ਜਦ ਇੰਨੀ ਗੱਲ ਕਹਿਣ ਲੱਗਾ ਤਾਂ ਮੌਲਵੀ ਕਹਿਣ ਲੱਗਾ, ਜੀ ਨਹੀਂ, ਮੈਂ ਇੱਕ ਪ੍ਰਸ਼ਨ ਕਰਨਾ ਹੈਗਾ। ਮਹਾਰਾਜ ਕਹਿੰਦੇ ਦੱਸੋ। ਅਤੇ ਮੌਲਵੀ ਕਹਿਣ ਲੱਗਾ, ਜੀ ਹੁਣੇ ਰਾਗੀ ਸਿੰਘ ਜਿਹੜੇ ਸੀ ਉਹ ਕੀਰਤਨ ਕਰਦੇ ਸੀ, ਉਹਨਾਂ ਦੇ ਵਿੱਚ ਉਹਨਾਂ ਨੇ ਇਹ ਪੰਕਤੀ ਪੜ੍ਹੀ ਸੀ ਕਿ ਲੇਖ ਨਾ ਮਿੱਠੀ ਹੇ ਸਖੀ ਜੋ ਲਿਖਿਆ ਕਰਤਾਰ। ਅਤੇ ਅਗਰ ਇਸ ਜੀਵਨ ਦੇ ਵਿੱਚ ਜਿਸ ਮਨੁੱਖ ਦੇ ਭਾਗਾਂ ਵਿੱਚ ਜੋ ਚੀਜ਼ ਲਿਖੀ ਆ ਅਗਰ ਉਹਨੂੰ ਮਿਲ ਹੀ ਜਾਣੀ ਆ ਤਾਂ ਫਿਰ ਉਹਨੂੰ ਮੰਗਣ ਦੀ ਕੀ ਲੋੜ ਆ। ਅਤੇ ਦੂਸਰਾ ਮੇਰਾ ਸਵਾਲ ਇਹ ਹੈਗਾ ਕਿ ਅਗਰ ਇਹ ਚੀਜ਼ ਮਸਤਕ 'ਚ ਲਿਖੀ ਨਹੀਂ, ਭਾਗਾਂ 'ਚ ਲਿਖੀ ਨਹੀਂ, ਫਿਰ ਤੁਸੀਂ ਉਹ ਸਿੱਖ ਨੂੰ ਕਿਵੇਂ ਦੇ ਦਿੰਦੇ ਆ? ਜਦ ਇੰਨੀ ਗੱਲ ਹੋਈ ਤਾਂ ਉਸ ਟਾਈਮ ਫਿਰ ਦਸ਼ਮੇਸ਼ ਪਿਤਾ ਮਹਾਰਾਜ ਮੁਸਕਰਾ ਪਏ। ਮੁਸਕਰਾ ਕੇ ਕਹਿਣ ਲੱਗੇ, ਇੱਧਰ ਆ। ਮਹਾਰਾਜ ਨੇ ਕੀ ਕੀਤਾ, ਜੇਬ ਦੇ ਵਿੱਚੋਂ ਇੱਕ ਮੋਹਰ ਕੱਢੀ। ਮੋਹਰ ਕੱਢ ਕੇ ਉਹ ਮੌਲਵੀ ਸਲਾਰਦੀਨ ਨੂੰ ਦਿਖਾਲੀ। ਕਹਿੰਦੇ ਦੇਖ ਇਹਦੇ ਜਿਹੜੇ ਅੱਖਰ ਆ ਇਹ ਦੱਸ ਸਿੱਧੇ ਕੋਈ ਪੁੱਠੇ ਆ? ਮੌਲਵੀ ਕਹਿਣ ਲੱਗੇ, ਜੀ ਅੱਖਰ ਤਾਂ ਪੁੱਠੇ ਆ। ਮਹਾਰਾਜ ਕਹਿੰਦੇ ਲੈ। ਇਸ ਤਰ੍ਹਾਂ ਕਰਕੇ ਕਾਗਜ਼ ਅਤੇ ਦਵੈਤ ਲੈ ਕੇ ਆ। ਉਹ ਕਾਗਜ਼ ਸਿਆਹੀ ਲਾਇਆ। ਮਹਾਰਾਜ ਨੇ ਕੀਤਾ ਸਿਆਹੀ ਦੇ ਨਾਲ ਮੋਹਰ ਜਿਹੜੀ ਸੀ ਉਹ ਭਿਉਂ ਕੇ ਜਦ ਕਾਗਜ਼ 'ਚ ਲਾਈ ਅਤੇ ਮਹਾਰਾਜ ਕਹਿੰਦੇ ਹੁਣ ਤਾਂ ਪੁੱਠੇ ਕਿ ਸਿੱਧੇ? ਮੌਲਵੀ ਕਹਿਣ ਲੱਗਾ, ਜੀ ਹੁਣ ਤਾਂ ਸਿੱਧੇ ਹੋ ਗਏ। ਮਹਾਂਪੁਰਖ ਕਹਿਣ ਲੱਗੇ, ਕਿਵੇਂ ਹੋ ਗਏ? ਉਹ ਕਹਿਣ ਲੱਗਾ, ਜੀ ਜਿਹੜੇ ਪੁੱਠੇ ਅੱਖਰ ਜਦੋਂ ਕਾਗਜ਼ 'ਤੇ ਲਾਈਦੇ ਸਿੱਧੇ ਹੋ ਜਾਂਦੇ ਆ। ਅਤੇ ਬਾਬਾ ਜੀ ਕਹਿਣ ਲੱਗੇ, ਬਸ ਇਹੋ ਹੀ ਗੱਲ ਆ ਭਾਈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ। ਜਿਹੜਾ ਰੱਬ ਨੇ ਲੇਖ ਲਿਖਿਆ ਉਹ ਮਿਟ ਨਹੀਂ ਸਕਦਾ, ਪਰ ਕਿਹਨਾਂ ਦਾ ਨਹੀਂ ਮਿਟ ਸਕਦਾ? ਉਹਦੇ ਵਿੱਚ ਦਸ਼ਮੇਸ਼ ਪਿਤਾ ਨੇ ਆਖਿਆ ਸੀਗਾ ਕਿ ਸਾਗਤ ਪੁਰਖ ਦਾ ਜਿਹੜਾ ਲੇਖ ਆ ਉਹ ਕਦੀ ਨਹੀਂ ਮਿਟਦਾ। ਦੂਸਰਾ ਮਹਾਂਪੁਰਖਾਂ ਨੇ ਆਖਿਆ ਸੀਗਾ ਜੀ ਕਿ ਜਿਹੜੇ ਕੁਸੰਗੀ ਪੁਰਖ ਹੁੰਦੇ ਉਹਨਾਂ ਦਾ ਲੇਖ ਨਹੀਂ ਮਿਟਦਾ, ਮਨਮੁਖਾਂ ਦਾ ਲੇਖ ਨਹੀਂ ਮਿਟਦਾ, ਅਤੇ ਜਿਹੜੇ ਪਾਪੀ ਹੁੰਦੇ ਉਹਨਾਂ ਦਾ ਲੇਖ ਨਹੀਂ ਮਿਟਦਾ। ਪਰ ਜਿਹੜੇ ਗੁਰਸਿੱਖ ਆ ਨਾ, ਗੁਰਸਿੱਖਾਂ ਦੇ ਜਿਹੜੇ ਲੇਖ ਆ ਉਹ ਮਿਟ ਜਾਂਦੇ ਆ। ਸੋ ਜਦ ਮਹਾਂਪੁਰਖਾਂ ਨੇ ਇਹ ਗੱਲ ਜਿਹੜੀ ਸੀ ਮੌਲਵੀ ਸਲਾਰਦੀਨ ਨੂੰ ਆਖੀ ਸੀ, ਫਿਰ ਉਹਦੀ ਤਸੱਲੀ ਹੋ ਗਈ ਸੀ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਇਹ ਆਖਿਆ ਸੀਗਾ, ਕਹਿੰਦੇ ਦੇਖੋ ਭਾਈ ਅਗਰ ਲੇਖ ਮਿਟ ਨਹੀਂ ਸਕਦਾ, ਫਿਰ ਸਿੱਖ ਜਦੋਂ ਸੇਵਾ ਅਤੇ ਸਿਮਰਨ ਸਾਧਨਾ ਕਰਦਾ ਹੈਗਾ ਅਤੇ ਫਿਰ ਇਹਦਾ ਕਰਨ ਦਾ ਕੀ ਫਾਇਦਾ ਹੈਗਾ? ਇਹੀ ਤਾਂ ਜਿਹੜੀਆਂ ਪੁੱਠੀਆਂ ਰਖਾਵਾਂ ਹੈਗੀਆਂ ਸਿੱਧੀਆਂ ਕਰਨ ਦੀ ਇਹ ਸਾਰੀ ਜੋ ਸਾਧਨਾ ਹੈਗੀ ਇਹ ਕੀਤੀ ਜਾਂਦੀ ਆ। ਉਸ ਤੋਂ ਬਾਅਦ ਮਹਾਂਪੁਰਖਾਂ ਬਾਬਾ ਈਸ਼ਰ ਸਿੰਘ ਹੁਣਾਂ ਜਦੋਂ ਇਹ ਸਾਖੀ ਸਮਾਪਤ ਕੀਤੀ ਸੀ ਅਤੇ ਨਾਲ ਹੀ ਆਪਣਾ ਜਿਹੜਾ ਸੇਵਕ ਭਾਈ ਚੰਦ ਸਿੰਘ ਉਹਦੇ ਵੱਲ ਤੱਕਿਆ ਸੀਗਾ ਅਤੇ ਭਾਈ ਚੰਦ ਸਿੰਘ ਨੂੰ ਇਸ ਤਰ੍ਹਾਂ ਇਸ਼ਾਰਾ ਹੋ ਗਿਆ ਸੀਗਾ ਕਿ ਭਾਈ ਤਗੜਾ ਹੋ, ਇਹ ਸਾਖੀ ਜਿਹੜੀ ਉਹ ਤੇਰੇ ਵਾਸਤੇ ਹੀ ਜਿਹੜੀ ਆ ਉਹ ਸੰਗਤਾਂ 'ਚ ਸੁਣਾਈ ਗਈ ਸੀ। ਉਸ ਤੋਂ ਬਾਅਦ ਫਿਰ ਭਾਈ ਚੰਦ ਸਿੰਘ ਨੂੰ ਮਾਲੂਮ ਹੋਇਆ ਸੀ ਮਹਾਂਪੁਰਖ ਨੇ ਇਹ ਸਾਖੀ ਮੇਰੇ ਪੱਥਰਾਏ ਸੁਣਾਈ ਹੈਗੀ ਆ, ਇਹ ਮੇਰੀ ਆਪਣੀ ਹਾਲਤ ਹੈਗੀ। ਫਿਰ ਭਾਈ ਚੰਦ ਸਿੰਘ ਨੂੰ ਮਨ ਦੇ ਵਿੱਚ ਵਿਚਾਰ ਆਈ ਬਈ ਜਿੱਦਣ ਵੀ ਮੌਕਾ ਮਿਲਿਆ ਮੈਂ ਮਹਾਂਪੁਰਖਾਂ ਦੇ ਪਾਸ ਹੁਣ ਬੇਨਤੀ ਜ਼ਰੂਰ ਕਰਨੀ ਆ। ਉਸ ਤੋਂ ਬਾਅਦ ਭਾਈ ਚੰਦ ਸਿੰਘ ਹੁਣਾਂ ਦਾ ਇੱਕ ਹੋਰ ਗੁਰ ਭਾਈ ਸੀ ਜਿਹਦਾ ਨਾਂ ਸੀ ਭਾਈ ਲਾਲ ਸਿੰਘ। ਉਹਦੇ ਰਾਹੀਂ ਭਾਈ ਚੰਦ ਸਿੰਘ ਨੇ ਸੁਨੇਹਾ ਘਰ ਪਹੁੰਚਾਇਆ ਬਈ ਜਿਹੜੀ ਮੇਰੀ ਘਰ ਵਾਲੀ ਆ ਉਹਨੂੰ ਇਸ ਤਰ੍ਹਾਂ ਕਰੋ, ਨਾਨਕਸਰ ਕਲੇਰੀ ਭੇਜ ਦਿਓ। ਫਿਰ ਭਾਈ ਲਾਲ ਸਿੰਘ ਹੁਣਾਂ ਨੇ ਜਾ ਕੇ ਇਹਦੀ ਘਰ ਵਾਲੀ ਨੂੰ ਸੁਨੇਹਾ ਦਿੱਤਾ। ਭਾਈ ਚੰਦ ਸਿੰਘ ਦੀ ਘਰ ਵਾਲੀ ਅਤੇ ਭਾਈ ਲਾਲ ਸਿੰਘ ਦੇ ਘਰ ਵਾਲੀ ਦੋਨੇ ਇਕੱਠੀਆਂ ਨਾਨਕਸਰ ਕਲੇਰੀ ਪਹੁੰਚੀਆਂ। ਜਦ ਪਹੁੰਚੀਆਂ ਉਹਨਾਂ ਟਾਈਮਾਂ ਜਦ ਸੇਵਾ ਚੱਲਦੀ ਸੀ ਅਤੇ ਬਾਬਾ ਈਸ਼ਰ ਸਿੰਘ ਜਿਹੜੇ ਸੀ ਉਹ ਬਾਹਰ ਜਿਹੜੇ ਦਰੱਖਤ ਲੱਗੇ ਹਨ ਉਹਨਾਂ ਦਰੱਖਤਾਂ ਦੇ ਪੱਤੇ ਸਾਰੇ ਇਕੱਠੇ ਕਰਾ ਕੇ ਉਹਦੀ ਸਫਾਈ ਦੀ ਸੇਵਾ ਕਰਾ ਰਹੇ ਸੀ। ਅਤੇ ਭਾਈ ਚੰਦ ਸਿੰਘ ਜਿਹੜੇ ਸੀ ਬਾਬਾ ਈਸ਼ਰ ਸਿੰਘ ਹੁਣਾਂ ਪਾਸ ਕੋਲ ਖੜਾ ਸੀਗਾ ਅਤੇ ਬਾਬਾ ਜੀ ਜਿਹੜੇ ਸੀ ਹੋਰ ਸੰਗਤਾਂ ਨਾਲ ਖੜੇ ਬਚਨ ਬੁਲਾ ਸਕਾ ਰਹੇ ਸੀ। ਉਸ ਤੋਂ ਬਾਅਦ ਭਾਈ ਚੰਦ ਸਿੰਘ ਦੀ ਘਰਵਾਲੀ ਨੇ ਇੱਕ ਟੋਕਰੀ ਲਈ ਉਹ ਸਾਰੇ ਪੱਤੇ ਜਿਹੜੇ ਸੀ ਉਹ ਇਕੱਠੇ ਕਰਕੇ ਬਾਹਰ ਸੇਵਾ ਦੇ ਵਿੱਚ ਮਗਨ ਹੋ ਗਈ। ਉਸ ਤੋਂ ਬਾਅਦ ਫਿਰ ਜਦੋਂ ਭਾਈ ਚੰਦ ਸਿੰਘ ਘਰਵਾਲੀ ਨੇ ਮਹਾਂਪੁਰਖਾਂ ਦੇ ਪਾਸ ਜਦ ਮੌਕਾ ਦੇਖਿਆ ਯਕਦਮ ਟੋਕਰਾ ਕੋਲ ਰੱਖ ਕੇ ਨਾ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ। ਜਦੋਂ ਮੱਥਾ ਟੇਕਿਆ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਸ ਨੂੰ ਇਸ ਤਰ੍ਹਾਂ ਮੱਥਾ ਟੇਕਦੇ ਦੇਖ ਕੇ ਭਾਈ ਚੰਦ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਚੰਦ ਸਿੰਘ ਇਹ ਤੇਰੀ ਘਰਵਾਲੀ ਆ? ਭਾਈ ਚੰਦ ਸਿੰਘ ਕਹਿਣ ਲੱਗੇ, ਜੀ ਹਾਂ ਮਹਾਂਪੁਰਖੋਂ ਮੇਰੀ ਘਰਵਾਲੀ। ਅਤੇ ਬਾਬਾ ਜੀ ਕਹਿਣ ਲੱਗੇ, ਹਾਂ ਇਹ ਦੱਸ ਇਹਦੇ ਕੁਛੜ ਕੀ ਆ? ਤਾਂ ਫਿਰ ਭਾਈ ਚੰਦ ਸਿੰਘ ਨੇ ਆਖਿਆ ਸੀ ਕਿ ਇਹਦੇ ਕੁਛ ਲੜਕੀ ਆ। ਅਤੇ ਬਾਬਾ ਈਸ਼ਰ ਸਿੰਘ ਨੇ ਕਹਿਣ ਲੱਗੇ, ਕਹਿੰਦੇ ਕਿੰਨਵੀਂ ਲੜਕੀ ਆ? ਤਾਂ ਭਾਈ ਚੰਦ ਸਿੰਘ ਕਹਿਣ ਲੱਗਾ, ਕਹਿੰਦਾ ਜੀ ਚੌਥੀ ਲੜਕੀ ਆ। ਇੰਨੀ ਗੱਲ ਹੋਈ ਅਤੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਮਨ 'ਚ ਲਿਖਿਆ, ਕਹਿੰਦੇ ਲੈ ਭਾਈ ਤੇਰੇ ਘਰ ਦੇ ਵਿੱਚ ਤਾਂ ਮਾਇਆ ਰੂੜੀ ਚੱਲੀ ਆ ਰਹੀ ਆ। ਜਦ ਇੰਨੀ ਗੱਲ ਹੋਈ ਪਈ ਇਹ ਭਾਈ ਚੰਦ ਸਿੰਘ ਦੇ ਅੱਖਾਂ ਭਰ ਗਈਆਂ ਅਤੇ ਯਕਦਮ ਮਹਾਂਪੁਰਖਾਂ ਦੇ ਚਰਨ ਫੜ ਲਏ। ਜਦ ਚਰਨ ਫੜੇ ਫਿਰ ਬਾਬਾ ਈਸ਼ਰ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਬਾਬਾ ਜੀ ਮਾਇਆ ਤਾਂ ਰੂੜੀ ਚੱਲੀ ਆਉਂਦੀ ਆ, ਪਰ ਹੁਣ ਇਹ ਮਾਇਆ ਜਿਹੜੀ ਮੇਰੇ ਤੋਂ ਥੰਮੀ ਨਹੀਂ ਜਾਂਦੀ, ਕਿਰਪਾ ਕਰੋ ਕਿ ਇਸ ਮਾਇਆ ਨੂੰ ਥੰਮਣ ਵਾਸਤੇ ਇੱਕ ਪੁੱਤਰ ਦੀ ਦਾਤ ਬਖਸ਼ੋ। ਜਦ ਇੰਨੀ ਗੱਲ ਹੋਈ ਸੀ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਭਾਈ ਚੰਦ ਸਿੰਘ ਨੂੰ ਆਖਿਆ ਸੀ, ਕਹਿੰਦੇ ਚੰਦ ਸਿੰਘ ਤੇਰੀ ਸੇਵਾ ਬੜੀ ਭਾਰੀ ਹੈ ਅਖੰਡ ਪਾਠਾਂ ਦੀ, ਤੂੰ ਬਹੁਤ ਲਗਨ ਨਾਲ ਸੇਵਾ ਕਰਦਾ ਹੈਗਾ, ਇਸ ਕਰਕੇ ਤਕੜਾ ਹੋ। ਗੁਰੂ ਘਰ ਦੇ ਵਿੱਚ ਕਿਹੜੀ ਕਿਸੇ ਚੀਜ਼ ਦਾ ਘਾਟਾ ਹੈਗਾ, ਇੱਕ ਪੁੱਤਰ ਕੀ ਤੂੰ ਭਾਵੇਂ ਇੱਥੋਂ 2 ਪੁੱਤਰ ਲੈ ਲਾ।
ਇੱਥੇ ਕੋਈ ਨਾਂ ਥੋੜ੍ਹੀ ਆ। ਜਦੋਂ ਇਹ ਬਚਨ ਬਾਬਾ ਈਸ਼ਰ ਸਿੰਘ ਹੁਣਾਂ ਨੇ ਭਾਈ ਚੰਦ ਸਿੰਘ ਹੁਣਾਂ ਨੂੰ ਆਖਿਆ ਸੀ, ਬਸ ਫੇਰ ਕੀ ਸੀ, ਫਿਰ ਤਾਂ ਖੁਸ਼ੀ ਦੀਆਂ ਲਹਿਰਾਂ ਜਿਹੜੀਆਂ ਸੀ ਉਹ ਹਿਰਦੇ ਦੇ ਵਿੱਚ ਤੂਫਾਨ ਦੀ ਤਰ੍ਹਾਂ ਉੱਭਰ ਪਈਆਂ। ਤੇ ਭਾਈ ਚੰਦ ਸਿੰਘ ਹੁਣਾਂ ਦੀ ਘਰਵਾਲੀ ਜਿਹੜੀ ਸੀ ਖੁਸ਼ੀ 'ਚ ਸਮਾਉਂਦੀ ਨਹੀਂ ਸੀ ਜਦੋਂ ਇਹ ਬਚਨ ਬਾਬਾ ਈਸ਼ਰ ਸਿੰਘ ਹੁਣਾਂ ਨੇ ਕੀਤੇ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਭਾਈ ਚੰਦ ਸਿੰਘ ਨੂੰ ਆਖਿਆ, ਕਹਿੰਦੇ ਇਸ ਤਰ੍ਹਾਂ ਕਰ, ਹੁਣ ਜਿਹੜਾ ਨਗਰ ਕੀਰਤਨ ਵਾ ਨਾ ਹੋਣਾ ਹੈਗਾ, ਇਹਦੀ ਸਮਾਪਤੀ ਤੋਂ ਬਾਅਦ ਤੂੰ ਫਿਰ ਘਰ ਨੂੰ ਚਲੇ ਜਾਏ। ਉਸ ਤੋਂ ਬਾਅਦ ਭਾਈ ਚੰਦ ਸਿੰਘ ਜਿਹੜੇ ਸੀ ਘਰ ਚਲੇ ਗਏ। ਦੇਖੋ ਮਹਾਂਪੁਰਖਾਂ ਦੇ ਬਚਨਾਂ ਦੀ ਸੱਤਿਆ। ਸਾਲ ਬਾਅਦ 4 ਲੜਕੀਆਂ ਤੋਂ ਬਾਅਦ ਭਾਈ ਚੰਦ ਸਿੰਘ ਹੁਣਾਂ ਦੀ ਭੁਜੰਗੀ ਦੀ ਦਾਤ ਹੋਈ, ਜਦ ਕਿ ਜੋਸ਼ ਨੇ ਦੱਸਿਆ ਸੀਗਾ ਕਿ ਭਾਈ ਤੁਹਾਡੇ ਘਰ ਜਿਹੜੀ ਆ ਹੁਣ ਕਦੀ ਵੀ ਲੜਕਾ ਨਹੀਂ ਹੋ ਸਕਦਾ, ਭੁਜੰਗੀ ਨਹੀਂ ਆ ਸਕਦਾ, ਤੁਹਾਡੀ ਜਿਹੜੀ ਪੀੜ੍ਹੀ ਆ ਉਹ ਹੁਣ ਸਦਾ ਵਾਸਤੇ ਖਤਮ ਹੋ ਗਈ ਆ। ਪਰ ਮਹਾਂਪੁਰਖਾਂ ਦੇ ਮੁਖ ਚੋਂ ਨਿਕਲੇ ਹੋਏ ਬਚਨ, ਜਦ ਪਹਿਲਾ ਲੜਕਾ ਹੋਇਆ ਫਿਰ ਭਾਈ ਚੰਦ ਸਿੰਘ ਹੁਣੇ ਜਿਹੜੇ ਸੀ ਉਹ ਲੜਕੇ ਤੋਂ ਤੀਸਰੇ ਦਿਨ ਨਾਨਕਸਰ ਕਲੇਰੀ ਪਹੁੰਚੇ। ਜਦ ਇੱਥੇ ਪਹੁੰਚੇ, ਇੱਥੇ ਜਤਾ ਸ਼ਕਤ ਜਿਹੜੀ ਸੀ ਉਹ ਭੇਟਾ ਰੱਖ ਕੇ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਮੱਥਾ ਟੇਕਿਆ। ਤੇ ਬਾਬਾ ਜੀ ਹੁਣਾਂ ਨੇ ਭਾਈ ਚੰਦ ਸਿੰਘ ਨੂੰ ਦੇਖ ਲਿਆ, ਦੇਖ ਕੇ ਕਹਿਣ ਲੱਗੇ, ਕਹਿੰਦੇ ਹਾਂ ਚੰਦ ਸਿੰਘ ਸੁਣਾ, ਕੀ ਹਾਲ ਆ, ਹੁਣ ਖੁਸ਼ ਵਾਂ। ਜਦ ਇੰਨੀ ਗੱਲ ਭਾਈ ਚੰਦ ਸਿੰਘ ਹੁਣਾਂ ਨੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਦੇ ਪੈਰ ਫੜ ਲਏ, ਕਹਿਣ ਲੱਗੇ, ਮਹਾਂਪੁਰਖ ਖੁਸ਼ ਕਿਉਂ ਨਾ ਹੋਈ ਆ, ਆਪ ਦੇ ਮੂੰਹੋਂ ਨਿਕਲਿਆ ਬਚਨ ਵੀ ਕਦੀ ਖਾਲੀ ਜਾਂਦਾ ਹੈ। ਜਦ ਇਹ ਗੱਲ ਭਾਈ ਚੰਦ ਸਿੰਘ ਹੁਣਾਂ ਨੇ ਬਾਬਾ ਈਸ਼ਰ ਸਿੰਘ ਹੁਣਾਂ ਨੂੰ ਆਖੀ ਸੀ, ਫਿਰ ਬਾਬਾ ਈਸ਼ਰ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਹਾਂ ਇਹ ਦੱਸ ਲੜਕਾ ਜਿਹੜਾ ਹੈਗਾ ਉਹ ਕਿਸ ਤਰੀਕ ਦਾ। ਤੇ ਭਾਈ ਚੰਦ ਸਿੰਘ ਕਹਿਣ ਲੱਗਾ, ਮਹਾਂਪੁਰਖੋ ਪਰਸੋਂ ਦਾ। ਬਾਬਾ ਜੀ ਕਹਿਣ ਲੱਗੇ, ਕਮਾਲ ਹੈ, ਲੜਕਾ ਪਰਸੋਂ ਦਾ, ਤੂੰ ਤੀਏ ਦਿਨ ਆਇਆ ਹੈਗਾ, ਕੱਲ੍ਹ ਕਿਉਂ ਨਹੀਂ ਆਇਆ। ਤੇ ਫਿਰ ਭਾਈ ਚੰਦ ਸਿੰਘ ਨੇ ਹੱਥ ਜੋੜ ਕੇ ਕਹਿੰਦੇ, ਮਹਾਂਪੁਰਖੋ ਗਲਤੀ ਹੋ ਗਈ। ਬਾਬਾ ਜੀ ਕਹਿਣ ਲੱਗੇ, ਚੱਲ ਕੋਈ ਗੱਲ ਨਹੀਂ, ਚੱਲ ਤੂੰ ਇਸ ਤਰ੍ਹਾਂ ਕਰ, ਹੁਣ ਇੱਕ ਨਾ ਅਖੰਡ ਪਾਠ ਸਾਹਿਬ ਆਪਣੇ ਬੱਚੇ ਦੀ ਖੁਸ਼ੀ ਦੇ ਵਿੱਚ ਹੁਣੇ ਰੱਖ ਦੇ। ਜਦ ਇੰਨੀ ਗੱਲ ਹੋਈ ਤਾਂ ਭਾਈ ਚੰਦ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਚਲੋ ਇਸ ਤਰ੍ਹਾਂ ਕਰਦੇ ਹਾਂ, ਮਾਘ ਦੇ ਮਹੀਨੇ ਨਾ ਰੱਖ ਦੇਈਏ। ਜਦ ਇੰਨੀ ਗੱਲ ਬਾਬਾ ਈਸ਼ਰ ਸਿੰਘ ਨੇ ਇੱਕ ਪੋਲੀ ਜਿਹੀ ਚਪੇੜ ਭਾਈ ਚੰਦ ਸਿੰਘ ਹੁੰਦੇ ਮੂੰਹ 'ਤੇ ਮਾਰ ਕੇ ਕਹਿਣ ਲੱਗੇ, ਕਹਿੰਦੇ ਭਾਈ ਮਾਘ ਨਹੀਂ ਹੁਣੇ ਰੱਖਣਾ ਹੈਗਾ। ਜਦ ਇੰਨੀ ਗੱਲ ਤੇ ਭਾਈ ਚੰਦ ਸਿੰਘ ਕਹਿਣ ਲੱਗੇ, ਜੀ 7 ਵਜੇ। ਉਸੇ ਟਾਈਮ ਮਹਾਂਪੁਰਖਾਂ ਨੇ ਇੱਕ ਜਿਹੜਾ ਸੀਗਾ ਉਹ ਪਾਠੀ ਸਿੰਘ ਭਾਈ ਚੰਦ ਸਿੰਘ ਉਹਨਾਂ ਦੇ ਪਾਸ ਭੇਜ ਦਿੱਤਾ, ਬਸ ਪਾਠ ਰੱਖ ਦਿੱਤਾ ਗਿਆ। ਪਾਠ ਦੀ ਸਮਾਪਤੀ ਤੋਂ ਬਾਅਦ ਫਿਰ ਭਾਈ ਚੰਦ ਸਿੰਘ ਜਿਹੜੇ ਸੀ ਆਗਿਆ ਲੈ ਕੇ ਘਰ ਚਲੇ ਗਏ। ਜਦ ਘਰ ਚਲੇ ਗਏ ਤਕਰੀਬਨ 40-45 ਦਿਨਾਂ ਬਾਅਦ ਫਿਰ ਭਾਈ ਚੰਦ ਸਿੰਘ ਹੁਣੇ ਸੀ ਉਹ ਸਣੇ ਪਰਿਵਾਰ ਆਪਣਾ ਪੁੱਤਰ ਲੈ ਕੇ ਮਹਾਂਪੁਰਖਾਂ ਦੇ ਪਾਸ ਨਾਨਕਸਰ ਕਲੇਰੀ ਪਹੁੰਚੇ। ਪਰ ਉਸ ਟਾਈਮ ਬਾਬਾ ਈਸ਼ਰ ਸਿੰਘ ਜਿਹੜੇ ਸੀ ਉਹ ਸੰਗਤਾਂ ਦੇ ਪਿਆਰ ਕਰਕੇ ਚੰਡੀਗੜ੍ਹ ਗਏ ਸੀ। ਇਹਨਾਂ ਨੇ ਦੇਖਿਆ ਕਿ ਮਹਾਂਪੁਰਖ ਇੱਥੇ ਹੈ ਨਹੀਂ, ਚੰਡੀਗੜ੍ਹ ਗਏ ਆ। ਉਸ ਤੋਂ ਬਾਅਦ ਭਾਈ ਚੰਦ ਸਿੰਘ ਹੁਣੇ ਜਿਹੜੇ ਸੀ ਉਹ ਪਿੱਛੇ ਚੰਡੀਗੜ੍ਹ ਪਹੁੰਚ ਗਏ। ਜਦ ਚੰਡੀਗੜ੍ਹ ਪਹੁੰਚੇ, ਬਾਬਾ ਈਸ਼ਰ ਸਿੰਘ ਜੀ ਉਹਨਾਂ ਟਾਈਮਾਂ 'ਚ ਸੰਗਤਾਂ ਨੂੰ ਬਚਨ ਬਿਲਾਸ ਕਰ ਰਹੇ ਸੀ। ਜਦ ਬਚਨ ਬਿਲਾਸ ਕਰ ਰਹੇ ਸੀ ਤਾਂ ਭਾਈ ਚੰਦ ਸਿੰਘ ਦੇ ਮਨ 'ਚ ਖਿਆਲ ਆਇਆ ਕਿ ਭਾਈ ਮੈਂ ਪ੍ਰਸ਼ਾਦ ਲੈਣਾ ਭੁੱਲ ਗਿਆ, ਪਹਿਲਾਂ ਮੈਂ ਪ੍ਰਸ਼ਾਦ ਲੈ ਆਵਾਂ। ਇਹਨੂੰ ਮੁੜਦਾ ਦੇਖ ਕੇ ਬਾਬਾ ਈਸ਼ਰ ਸਿੰਘ ਹੁਣੇ ਜ਼ੋਰ ਨਾਲ ਆਵਾਜ਼ ਮਾਰੀ, ਕਹਿੰਦੇ ਭਾਈ ਚੰਦ ਸਿੰਘ ਪਿੱਛੇ ਕਾਹਤੇ ਮੁੜਨ ਲੱਗਾ। ਤੇ ਭਾਈ ਚੰਦ ਸਿੰਘ ਆ ਕੇ ਮੱਥਾ ਟੇਕ ਕਹਿੰਦੇ ਮਹਾਂਪੁਰਖ ਕੋਈ ਪ੍ਰਸ਼ਾਦ ਲੈਣ ਚੱਲਾ ਸੀ। ਬਾਬਾ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਤੂੰ ਇੱਥੇ ਬੈਠ ਜਾ। ਭਾਈ ਚੰਦ ਸਿੰਘ ਜਦੋਂ ਬੈਠੇ ਤੇ ਬਾਬਾ ਜੀ ਕਹਿਣ ਲੱਗੇ, ਤੇਰੇ ਪਾਸ ਪ੍ਰਸ਼ਾਦ ਹੈ ਨਹੀਂਗਾ। ਜਦ ਇੰਨੀ ਗੱਲ ਹੋਈ ਤੇ ਭਾਈ ਚੰਦ ਸਿੰਘ ਕਹਿਣ ਲੱਗੇ, ਜੀ ਮਹਾਂਪੁਰਖ ਮੇਰੀ ਜੇਬ 'ਚ ਥੋੜ੍ਹੀਆਂ ਜਿਹੀਆਂ ਲੈਚੀਆਂ ਹੈਗੀਆਂ। ਬਾਬਾ ਜੀ ਕਹਿਣ ਲੱਗੇ, ਬਸ ਇੰਨਾ ਹੀ ਬੜਾ ਹੈਗਾ, ਲੈਚੀਆਂ ਫੜਾ ਉਰੇ। ਉਹ ਤੋਂ ਭਾਈ ਚੰਦ ਸਿੰਘ ਦੇ ਹੱਥੋਂ ਲੈਚੀਆਂ ਲੈ ਕੇ ਮਹਾਂਪੁਰਖਾਂ ਨੇ ਜਿਹੜੀਆਂ ਸੀ ਉਹ ਸੰਗਤ 'ਚ ਵਰਤਾਤੀਆਂ। ਜਦੋਂ ਸੰਗਤ 'ਚ ਵਰਤਾਤੀਆਂ ਫਿਰ ਭਾਈ ਚੰਦ ਸਿੰਘ ਨੇ ਪੁੱਛਿਆ ਕਿ ਹਾਂ ਕੋਈ ਪ੍ਰਸ਼ਨ ਹੈ। ਤੇ ਭਾਈ ਚੰਦ ਸਿੰਘ ਆ ਕੇ ਕਹਿੰਦੇ, ਮਹਾਂਪੁਰਖੋ ਜਿਹੜਾ ਮੇਰਾ ਬੱਚਾ ਹੋਇਆ ਹੈ ਨਾ ਉਹਦਾ ਨਾਮਕਰਨ ਕਰਨਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਚੱਲ ਠੀਕ ਆ। ਤੇ ਬੱਚੇ ਦੇ ਵੱਲ ਮਹਾਂਪੁਰਖਾਂ ਨੇ ਤੱਕ ਕੇ ਭਾਈ ਚੰਦ ਸਿੰਘ ਨੂੰ ਆਖਿਆ, ਕਹਿੰਦੇ ਭਾਈ ਇਹ ਤੇਰਾ ਜਿਹੜਾ ਬੱਚਾ ਹੈਗਾ ਇਹਦਾ ਨਾਂ ਅਸੀਂ ਹੈ ਨਾ ਗੁਰਚਰਨ ਸਿੰਘ ਰੱਖ ਦਿੱਤਾ। ਖੁਸ਼ ਵਾਂ। ਜਦ ਇੰਨੀ ਗੱਲ ਹੋਈ ਭਾਈ ਚੰਦ ਸਿੰਘ ਤੇ ਭਾਈ ਚੰਦ ਸਿੰਘ ਦੀ ਘਰ ਵਾਲੀ ਨੇ ਹੱਥ ਜੋੜੇ। ਬਾਬਾ ਜੀ ਕਹਿਣ ਲੱਗੇ, ਕਹਿੰਦੇ ਭਾਈ ਇਸ ਕਰਕੇ ਰੱਖਿਆ ਕਿ ਇਹ ਗੁਰੂ ਦੇ ਚਰਨਾਂ ਵਿੱਚ ਰਹੇਗਾ, ਇਹਦੀ ਜਿਹੜੀ ਲਿਵ ਹੈ ਗੁਰੂ ਦੇ ਚਰਨਾਂ ਨਾਲ ਹਮੇਸ਼ਾ ਜੁੜੀ ਰਹੂਗੀ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਨੇ ਭਾਈ ਚੰਦ ਸਿੰਘ ਨੂੰ ਆਖਿਆ, ਕਹਿੰਦੇ ਵੀ ਹੁਣ ਤੂੰ ਪਿੰਡ ਜਾਣਾ ਕਿ ਰਹਿਣਾ। ਭਾਈ ਚੰਦ ਸਿੰਘ ਕਹਿਣ ਲੱਗੇ, ਜੀ ਮੈਂ ਹੁਣ ਜਾਣਾ ਹੈ। ਬਾਬਾ ਜੀ ਕਹਿਣ ਲੱਗੇ, ਚੱਲ ਠੀਕ ਹੈ, ਪ੍ਰਸ਼ਾਦਾ ਪਾਣੀ ਛਕ ਕੇ ਚਾਹ ਪਾਣੀ ਪੀ ਕੇ ਬੜੀ ਤਸੱਲੀ ਨਾਲ ਪਿੰਡ ਚੱਲ ਜਿਓ। ਇਹ ਫਿਰ ਦੋਨੇ ਜੀ ਜਿਹੜੇ ਸੀ ਇਹ ਆਪਣੇ ਪਿੰਡ ਫੇਰੂਰਾ ਜਿਹੜੇ ਸੀ ਉੱਥੇ ਆ ਗਏ ਸੀ। ਉਸ ਤੋਂ ਬਾਅਦ ਫਿਰ ਸਾਲ ਬਾਅਦ ਜਦ ਦੂਸਰਾ ਲੜਕਾ ਹੋਇਆ ਸੀ ਮਹਾਂਪੁਰਖਾਂ ਦੇ ਬਚਨਾਂ ਦਾ ਸਦਕਾ, ਬਸ ਫੇਰ ਕੀ ਸੀ, ਇਕੱਲਾ 1 ਤੇ 2 11 ਵਾਲੀ ਗੱਲ ਇਸ ਪਰਿਵਾਰ ਦੇ ਵਿੱਚ ਹੋ ਗਈ ਸੀ। ਬੜੀਆਂ ਖੁਸ਼ੀਆਂ ਘਰ ਦੇ ਵਿੱਚ। ਫਿਰ ਦੂਸਰੇ ਲੜਕੇ ਦਾ ਨਾਂ ਜਿਹੜਾ ਸੀਗਾ ਇਹ ਹਰਮਿੰਦਰ ਸਿੰਘ ਰੱਖਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਮਹਾਂਪੁਰਖਾਂ ਨੇ ਸਾਰੀ ਸੰਗਤ ਨੂੰ ਇਹ ਦੱਸਿਆ ਕਿ ਸਿੱਖ ਨੂੰ ਕਦੇ ਨਿਰਾਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਕੁਝ ਹੈਗਾ। ਜਿਹੜੀ ਚੀਜ਼ ਭਾਗਾਂ ਵਿੱਚ ਵੀ ਨਹੀਂ ਲਿਖੀ ਹੈ ਨਾ ਉਹ ਵੀ ਭਾਗਾਂ ਦੇ ਵਿੱਚ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਇਤਿਹਾਸ ਦੇ ਵਿੱਚ ਮਾਤਾ ਸੁਲੱਖਣੀ ਜੀ ਦੀ ਸਾਖੀ ਆਉਂਦੀ ਕਿ ਮਾਤਾ ਸੁਲੱਖਣੀ ਜੀ ਨੇ ਕਿਵੇਂ 6ਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦਾ ਕਦੀ ਵੀ ਜਿਹੜਾ ਸੀਗਾ ਉਹ ਧਿਆਨ ਨਹੀਂ ਛੱਡਿਆ, ਉੱਥੇ ਹੀ ਖੜੀ ਰਹੀ। ਤੇ ਜਿੱਥੇ 1 ਪੁੱਤਰ ਲੈਣ ਆਈ ਸੀ ਉੱਥੇ 7 ਪੁੱਤਰਾਂ ਦੀ ਬਖਸ਼ਿਸ਼ ਹੋ ਗਈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਮਹਾਂਪੁਰਖਾਂ ਨੇ ਦੱਸਿਆ, ਕਹਿੰਦੇ ਭਾਈ ਜਿਹੜਾ ਵੀ ਸਿੱਖ ਗੁਰੂ ਘਰ ਦੇ ਵਿੱਚ ਸੇਵਾ ਪਾਣੀ ਕਰਦਾ ਹੈ ਨਾ ਤੇ ਉਹ ਸੇਵਾ ਪਾਣੀ ਕਰਨ ਦਾ ਫਲ ਕਦੀ ਵਿਅਰਥਾ ਨਹੀਂ ਜਾਂਦਾ।
ਸੋ ਇਸ ਤੋਂ ਬਾਅਦ ਬਾਬਾ ਈਸ਼ਰ ਸਿੰਘ ਹੁਣਾਂ ਨੇ ਜਿਹੜਾ ਪਾਠ ਭਾਈ ਚੰਦ ਸਿੰਘ ਹੁਣਾਂ ਦੀ ਘਰਵਾਲੀ ਨੂੰ ਦਿੱਤਾ ਸੀਗਾ, ਉਹ ਪਾਠ ਜਿਹੜਾ ਸੀਗਾ ਮਹਾਂਪੁਰਖ ਨੇ ਆਖਿਆ ਸੀਗਾ ਕਿ ਇਹ ਪਾਠ ਜਿਸ ਬੀਬੀ ਦੀ ਵੀ ਇੱਛਾ ਹੋਵੇ ਹੈ ਨਾ, ਇਹ ਪਾਠ ਪੁੱਤਰ ਪ੍ਰਾਪਤੀ ਵਾਸਤੇ ਉਹਨੂੰ ਜ਼ਰੂਰ ਕਰਨਾ ਚਾਹੀਦਾ ਹੈ। ਜਿਹਦੇ ਵਿੱਚ ਮਹਾਂਪੁਰਖਾਂ ਨੇ ਜਿਹੜਾ ਸੀ ਉਹ ਦੱਸਿਆ ਸੀਗਾ ਕਿ ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਭ ਮਾਹਾਏ, ਲਿਖਿਆ ਤੁਰ ਕਾ ਰਹਾਉ। ਜਦ ਇਹ ਜਿਹੜਾ ਸ਼ਬਦ ਸੀਗਾ ਹੈ ਨਾ, ਇਹ ਬਾਬਾ ਈਸ਼ਰ ਸਿੰਘ ਹੁਣਾਂ ਨੇ ਦਿੱਤਾ ਸੀਗਾ। ਉਸ ਤੋਂ ਬਾਅਦ ਭਾਈ ਚੰਦ ਸਿੰਘ ਹੁਣਾਂ ਦੀ ਘਰਵਾਲੀ ਨੇ ਇਹ ਸ਼ਬਦ ਜਿਹੜਾ ਸੀਗਾ ਇਹ ਅੰਮ੍ਰਿਤ ਵੇਲੇ ਉੱਠ ਕੇ ਜ਼ਰੂਰ ਜਪਦੀ ਹੁੰਦੀ ਸੀ, ਜ਼ਰੂਰ ਪੜ੍ਹਨਾ। ਅਤੇ ਉਸ ਤੋਂ ਬਾਅਦ ਦੇਖੋ ਕਿਵੇਂ ਜਿਹੜੇ ਜੋਸ਼ੀ ਨੇ ਦੱਸਿਆ ਸੀਗਾ ਕਿ ਕਦੀ ਪੁੱਤਰ ਹੋ ਨਹੀਂ ਸਕਦਾ, ਪਰ ਉਹ ਪੁੱਤਰ ਜਿਹੜਾ ਸੀ ਕਿਵੇਂ ਇਸ ਸ਼ਬਦ ਦੀ ਕਮਾਈ ਦੇ ਨਾਲ ਅਤੇ ਮਹਾਂਪੁਰਖਾਂ ਦੀ ਸੀਸ ਸਦਕਾ ਇੱਕ ਨਹੀਂ ਦੋ ਪੁੱਤਰ ਘਰ ਦੇ ਵਿੱਚ ਹੋਏ। ਅਤੇ ਅੱਜ ਉਸ ਘਰ ਦੇ ਵਿੱਚ ਲਹਿਰਾਂ ਬਹਿਰਾਂ ਹੈਗੀਆਂ। ਸੋ ਦੱਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚ ਕੋ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।